ਅਸੀਂ ਬੱਚਿਆਂ ਨੂੰ ਪਿਆਰ ਨਾਲ ਵੀ ਕੁਝ ਕਹਿੰਦੇ ਹਾਂ ਅਤੇ ਕਈ ਵਾਰੀ ਸਾਨੂੰ ਥੋੜ੍ਹੀ ਜਿਹੀ ਪਾਲਣਾ ਵੀ ਕਰਨੀ ਪੈਂਦੀ ਹੈ, ਥੋੜ੍ਹੇ ਜਿਹੇ ਸਖਤ ਬੋਲ ਵੀ ਬੋਲਣੇ ਪੈਂਦੇ ਹੈ। ਇੱਥੋਂ ਤੱਕ ਕਿ ਬਾਪ ਕਈ ਵਾਰੀ ਡੰਡਾ ਵੀ ਆਪਣੇ ਹੱਥ 'ਚ ਪਕੜ ਲੈਂਦਾ। ਕਾਰਨ ਇਹ ਹੁੰਦਾ ਆਪਣੇ ਬੱਚੇ ਨੂੰ ਸਿੱਖਿਆ ਦੇਣੀ ਚਾਹੁੰਦਾ। ਕੱਲ੍ਹ ਦੇ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਹੈ ਕਿ ਜਿਹੇ ਘਟ ਸਿਮਰਤ ਰਾਮ ਕੋ, ਜਿਸ ਹਿਰਦੇ ਦੇ ਅੰਦਰ ਪਰਮਾਤਮਾ ਦਾ ਸਿਮਰਨ ਹੈ, ਸੋ ਨਾਮ ਮੁਕਤਾ। ਜਦ ਵੀ ਉਹ ਮੁਕਤ ਹੈ ਜਿਹਦੇ ਅੰਦਰ ਨਾਮ ਟਿਕ ਗਿਆ। ਤੇ ਮਹਾਰਾਜ ਨੇ ਇੱਥੇ ਇਹ ਨਹੀਂ ਕਿਹਾ ਵੀ ਉਹ ਮੁਕਤ ਹੀ ਹੈ। ਮਹਾਰਾਜ ਨੇ ਕਿਹਾ ਸੀ ਤੇਹ ਨਾਲ ਹਰ ਅੰਤਰ ਨਹੀਂ, ਕਹਿੰਦੇ ਉਸ ਮਨੁੱਖ ਤੇ ਰੱਬ ਜੀ ਕੋਈ ਨਹੀਂ ਅੰਦਰ ਨਹੀਂ ਹੈ। ਹਰ ਹਰ ਜਨ ਹੋਏ ਏਕ ਹੈ, ਜਨ ਇਹ ਹਾਰੇ ਹੋ ਜਾਂਦੇ ਆ, ਨਾਨਕ ਸਾਚੀ ਮਾਨ। ਮਹਾਰਾਜ ਕਹਿੰਦੇ ਬੰਦੇ ਇਹ ਗੱਲ ਸੱਚੀ ਕਰਕੇ ਮੰਨਦਾ ਵੀ ਜਪਣ ਵਾਲਾ ਮੁਕਤ ਨਹੀਂ ਹੁੰਦਾ, ਜਪਣ ਵਾਲਾ ਰੱਬ ਨੂੰ ਹੋ ਜਾਂਦਾ। ਅੱਜ ਪਤਾ ਮਹਾਰਾਜ ਨੇ ਕੀ ਕਿਹਾ? ਅੱਜ ਸਤਿਗੁਰਾਂ ਨੇ ਕਿਹਾ ਵੀ ਏਕ ਭਗਤ ਭਗਵਾਨ ਜਿਹੇ ਪ੍ਰਾਪਤੀ ਕਰ ਨਾਹੀ ਮਨ। ਜੇ ਕਿਸੇ ਦੇ ਅੰਦਰ ਰੱਬ ਦੀ ਭਗਤੀ ਨਹੀਂ ਹੈ ਤੇ ਫਿਰ ਉਹਨੂੰ ਕੀ ਕਿਹਾ? ਜੈਸੇ ਸੂਕਰ ਸੁਹਾਣ ਨਾਨਕ ਮਾਨੋ ਤਾਹੀ ਨਾਮ। ਦੀ ਕੰਪਲੀਟ ਸ਼ੁਰੂ ਕਰਾਂਗੇ ਫਿਰ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਮਰਦ ਕਹਿੰਦੇ ਜਿਨ੍ਹਾਂ ਦੇ ਅੰਦਰ ਭਗਤੀ ਨਹੀਂ ਹੈ ਨਾ, ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ, ਮਾਫ ਕਰਨਾ ਕਹੇ ਗੁਰੂ ਸਾਹਿਬ ਜੀ ਰਹੇ ਨੇ। ਮਰਦ ਕਹਿੰਦੇ ਉਹਨਾਂ ਦੇ ਸਰੀਰ ਮਨੁੱਖਾਂ ਵਾਲੇ ਸਰੀਰ ਨਹੀਂ, ਉਹ ਤੇ ਸੂਰ ਤੇ ਕੁੱਤਿਆਂ ਦੀ ਤਰ੍ਹਾਂ ਹੈ। ਸਿੱਧਾ ਅਰਥ ਜਿਹੜਾ ਇਹਦਾ ਇਹ ਬਣ ਗਿਆ। ਜੈਸੇ ਸੂਕਰ ਸਵਾਨ, ਸੂਕਰ ਸੂਰ ਨੂੰ ਕਹਿੰਦੇ ਹੈ, ਸਵਾਨ ਕੂਤਰ ਕੁੱਤੇ ਨੂੰ ਕਹਿੰਦੇ ਹੈ। ਬਹੁਤ ਵਾਰੀ ਦਾਸ ਨੇ ਬਚਨ ਸਾਂਝੇ ਕੀਤੇ, ਮਨੁੱਖ ਦੇ ਅੰਦਰ ਮਨੁੱਖਤਾ ਹੈ ਤੇ ਮਨੁੱਖ ਹੈ। ਜੇ ਮਨੁੱਖਤਾ ਨਹੀਂ ਹੈ, ਦਇਆ ਨਹੀਂ ਹੈ ਤੇ ਮਨੁੱਖ ਦੀ ਨਹੀਂ। ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਦਿਨ ਰਾਤ ਜਿਹੜਾ ਲੋਕ ਵਿਚਾਰਾ ਕਰਦੇ ਆ ਨਾ, ਮਰਦ ਕਹਿੰਦੇ ਉਹਨਾਂ ਦੇ ਸਰੀਰ ਮਨੁੱਖਾਂ ਵਾਲੇ, ਕਰਤੂਤਾਂ ਮਨੁੱਖਾਂ ਵਾਲੀਆਂ ਨਹੀਂ। ਮੰਨ ਲਓ ਕੋਈ ਬੰਦਾ ਗੁਰੂ ਸਾਹਿਬ ਨੂੰ ਸਿੱਖ ਹੋ ਕੇ ਰੱਬ ਨੂੰ ਛੱਡ ਕੇ ਤੇ ਲੋਕ ਵਿਚਾਰਾ ਕਰੇ ਦਿਨ ਰਾਤ, ਗੁਰੂ ਸਾਹਿਬ ਤੋਂ ਰੱਬ ਤੋਂ ਮੰਗੇ ਨਾ ਤੇ ਕਿਸੇ ਮਨੁੱਖਾਂ ਦੇ ਜਾ ਕੇ ਪੈਰ ਪਕੜਦਾ ਫਿਰੇ। ਮਰਦ ਕਹਿੰਦੇ ਉਹ ਫਿਰ ਬੰਦਾ ਥੋੜ੍ਹੀ ਹੈ। ਹੁਣ ਵੀ ਗੁਰੂ ਘਰ 'ਤੇ ਵਿਸ਼ਵਾਸ ਨਹੀਂ ਹੈ, ਰੱਬ ਤੋਂ ਮੰਗਦਾ ਨਹੀਂ ਹੈ ਤੇ ਲੋਕ ਵਿਚਾਰਾ ਕਰਦਾ ਹੈ। ਮਹਾਰਾਜ ਨੇ ਬਚਨ ਕਹੇ ਲੋਕਾਂ ਨਾ ਸਲਾਹੇ ਜੋ ਮਨ, ਦੁਨੀਆ ਨਾ ਸਲਾਹੇ ਜੋ ਮਨ ਵੰਜਸੀ। ਲੋਕਾਂ ਨਾ ਸਲਾਹੇ ਜੋ ਮਨ ਖਾਕ ਕੀ। ਮਹਾਰਾਜ ਕਹਿੰਦੇ ਦੁਨੀਆ ਦੀ ਸਿਫਤ ਸਲਾਹ ਨਾ ਕਰ, ਲੋਕਾਂ ਦੀਆਂ ਲੇਲਣੀਆਂ ਨਾ ਕਰ, ਜਿਹਨਾਂ ਨੇ ਮਰ ਜਾਣਾ ਕਰ। ਮਹਾਰਾਜ ਕਹਿੰਦੇ ਜੇ ਜਪਣਾ ਤੇ ਇੱਕ ਨੂੰ ਜਪ ਹਾਲ ਕੀ ਤੂੰ ਸੇਵਾ ਕਰੋ, ਦੂਜੀ ਸੇਵਾ ਕਰੂ ਨਾ ਕੋਏ ਜੀ। ਕਿਸੇ ਸਰੀਰ ਦੇ ਪੈਰ ਨਾ ਪਕੜਦੇ, ਚਰਨ ਪਕੜਦੇ, ਪ੍ਰਭ ਪਕੜੋ ਚਰਨ ਗੋਬਿੰਦ ਕੇ ਨਾਨਕ ਪੱਗ ਸ਼ਾਲਾ। ਉਹ ਗੋਬਿੰਦ ਦੇ ਚਰਨ ਕੀ ਹੈ? ਸਿਮਰਨ ਨਾਮ। ਗੁਰੂ ਦੇ ਚਰਨ ਕੀ ਹੈ? ਸ਼ਬਦ। ਮਹਾਰਾਜ ਕਹਿੰਦੇ ਚਰਨ ਪਕੜਨੇ ਕਿਸੇ ਬੰਦੇ ਦੇ ਨਾ ਪਕੜਨੀ, ਚਰਨ ਪਕੜਨੇ ਨੇ ਗੁਰੂ ਤੇ ਰੱਬ ਦੇ ਚਰਨ ਪਕੜਨੇ। ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਮਨੁੱਖਾਂ ਦੇ ਅੱਗੇ ਕੀ ਤਰਲੇ ਨਹੀਂ ਗਏ, ਇਹ ਤੇ ਆਪ ਮੰਗਤੇ ਹੈ, ਇਹ ਤੈਨੂੰ ਕੀ ਦੇਣਗੇ। ਮਰਦ ਕਹਿੰਦੇ ਜੇ ਕਿਸੇ ਨਾਲ ਜੁੜਦਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਲ ਕੀ ਝੂਠੇ ਕਰਤ ਦਰਵਾਜ਼ਾ। ਰੱਬ ਵਰਗਾ ਰਾਜਾ ਕੋਈ ਨਹੀਂ। ਜੇ ਕਿਸੇ ਰਾਜੇ ਨਾਲ ਹੀ ਜੁੜਨਾ ਤੇ ਫਿਰ ਰੱਬ ਨਾਲ ਜੁੜਦਾ। ਮਰਦ ਕਹਿੰਦੇ ਹੈ ਜੇ ਲੋਕ ਵਿਚਾਰਾ ਕਰੇ ਦਿਨ ਰਾਤ ਹੈ ਤੇ ਫਿਰ ਉਹ ਮਨੁੱਖ ਵੀ ਨਹੀਂ ਹੈ। ਫਿਰ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ। ਜਾਤ ਮਾਨਸ ਹੈ, ਕਰਤੂਤ ਪਸ਼ੂ ਕੀ ਹੈ। ਮਹਾਰਾਜ ਨੇ ਸਿੱਧੇ ਬਚਨ ਕਹੇ। ਮਹਾਰਾਜ ਕਹਿੰਦੇ ਗੁਰ ਮੰਤਰ ਹੀਣ ਜੋ ਪ੍ਰਾਣੀ, ਜਿਹਦੇ ਕੋਲ ਗੁਰੂ ਦੀ ਸਿੱਖਿਆ ਨਹੀਂ, ਰੱਬ ਦੀ ਬੰਦਗੀ ਨਹੀਂ ਹੈ। ਗੁਰ ਮੰਤਰ ਹੀਣ ਜੋ ਪ੍ਰਾਣੀ, ਧ੍ਰਿਕ ਜਨਮ ਭ੍ਰਿਸ਼ਟਨ ਹੈ। ਉਹਦਾ ਜਨਮ ਧ੍ਰਿਕ ਹੈ, ਪੁਰਖਾਂ ਦਾ ਭਾਵ ਤੇ ਭ੍ਰਿਸ਼ਟਿਆ ਹੋਇਆ ਉਹ ਬੰਦਾ। ਤੇ ਮਹਾਰਾਜ ਨੇ ਫਿਰ ਕੰਪੇਅਰ ਕਿਹਦੇ ਨਾਲ ਕੀਤਾ? ਗੁਰ ਮੰਤਰ ਹੀਣ ਜੋ ਪ੍ਰਾਣੀ, ਧ੍ਰਿਕ ਜਨਮ ਭ੍ਰਿਸ਼ਟਨ ਹੈ, ਕੂਕਰ ਹੈ, ਸੂਕਰ ਹੈ, ਗਰਤਬ ਹੈ, ਕਾਕ ਹੈ, ਸਰਪਨ ਹੈ, ਕੁੱਲ ਖੜਾ ਹੈ। ਮਹਾਰਾਜ ਨੇ ਇੱਥੇ ਤੇ ਦੋਵਾਂ ਦਾ ਨਾਮ ਹੈ, ਉੱਥੇ ਪੰਜਾਂ ਦਾ ਲਿਆ। ਮਹਾਰਾਜ ਕਹਿੰਦੇ ਉਹ ਕਾਂ ਵੀ ਹੈ, ਉਹ ਸੂਰ ਵੀ ਹੈ, ਉਹ ਸੱਪ ਵੀ ਹੈ, ਉਹ ਗਧਾ ਵੀ ਹੈ। ਮਹਾਰਾਜ ਕਹਿੰਦੇ ਜਿਹਦੇ ਕੋਲ ਗੁਰੂ ਦੀ ਸਿੱਖਿਆ ਨਹੀਂ ਹੈ, ਜਿਹਦੇ ਕੋਲ ਰੱਬੀ ਬਖਸ਼ਿਸ਼ ਨਹੀਂ ਹੈ,
ਜਿਹਦੇ ਅੰਦਰ ਦਇਆ ਨਹੀਂ, ਚੰਗੇ ਗੁਣ ਨਹੀਂ ਹੈ, ਸਤ ਸੰਤੋਖ ਧਰਮ ਧੀਰਜ ਖਿਮਾ, ਫਿਰ ਉਹ ਮਨੁੱਖ ਵੀ ਨਹੀਂ ਹੈ। ਫਿਰ ਸਰੀਰ ਮਨੁੱਖ ਵਾਲਾ ਹੋ ਸਕਦਾ ਹੈ, ਕਿਉਂਕਿ ਉਹ ਲੋਕ ਵਿਚਾਰਾ ਕਰਦਾ ਹੈ। ਮਰਦ ਕਹਿੰਦੇ ਨੇ ਮਨੁੱਖ ਦੇ ਹਿਰਦੇ 'ਚ ਰੱਬ ਦੀ ਭਗਤੀ ਨਹੀਂ, ਉਹ ਮਨੁੱਖ ਵੀ ਨਹੀਂ। ਫਿਰ ਮਹਾਰਾਜ ਨੂੰ ਕਹਿਣਾ ਪਿਆ ਪਸ਼ੂ ਮਰੈ ਦਾਸ ਕਾਜ ਸੁਭਾਵੈ, ਪਸ਼ੂ ਚੰਗੇ ਨਰ ਮਰੈ ਨਾਦ ਕਾਮ ਨਾ ਆਵੈ। ਤੇ ਸਿੱਧੇ ਜੇ ਅਰਥ ਕਰੀਏ ਨਾ ਤੇ ਅਰਥ ਹੈ ਵੀ ਨਰੂ ਮਰੈ ਨਰ ਕਾਮ ਨਾ ਆਵੇ, ਮਨੁੱਖ ਮਰ ਜਾਂਦਾ ਕਿਸੇ ਕੰਮ ਨਹੀਂ ਹੈ। ਤੇ ਪਸ਼ੂ ਮਰਦੇ 10 ਕਾਜ ਸਵਾਰਦਾ। ਇਹਦੇ ਅੰਤਰੀਮ ਭਾਵ ਕਰੀਏ ਨਰੂ ਮਰੈ ਨਰ ਕਾਮ ਨਾ ਆਵੇ, ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਓ, ਕਿਸੇ ਦੇ ਕੰਮ ਨਹੀਂ ਆਉਂਦਾ। ਜਿਸ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜੇ, ਨਾ ਉਹ ਰੱਬ ਦਾ ਰਹਿੰਦਾ, ਨਾ ਗੁਰੂ ਵਾਲਾ, ਨਾ ਆਪਣੇ ਮਾਂ ਪਿਓ ਦਾ ਹੀ ਬਣਦਾ। ਜਿਹਦੇ ਅੰਦਰ ਮਨੁੱਖਤਾ ਹੀ ਨਹੀਂ, ਉਹ ਮਾਂ ਪਿਓ ਦਾ ਸਤਿਕਾਰ ਨਹੀਂ ਕਰੇਗਾ। ਜਿਹਦੇ ਅੰਦਰ ਦਇਆ ਹੀ ਨਹੀਂ ਹੈ, ਉਹ ਫਿਰ ਕਿਸੇ ਦਾ ਵੀ ਨਹੀਂ ਹੈ। ਅੰਦਰੋਂ ਬੰਦੇ ਤੇ ਮਨੁੱਖਤਾ ਮਰ ਜੇ ਨਾ, ਨਰੂ ਮਰੈ ਨਰੂ ਵਾਲੀ ਮਨੁੱਖ ਵਾਲੀ ਗਿਰਤੀ ਮਰ ਜੇ, ਨਰ ਕਾਮ ਨਾ ਵੀ ਕਿਸੇ ਕੰਮ ਨਹੀਂ ਹੁੰਦਾ। ਤੇ ਪਸ਼ੂਆਂ ਤੋਂ ਵੀ ਜਾਣ ਬੁੱਝ ਰਿਹਾ, ਪਸ਼ੂ ਤੋਂ ਫਿਰ ਵੀ ਕਿਸੇ ਕੰਮ ਨਾ। ਹਾਂ, ਪਸ਼ੂ ਮਰੈ 10 ਕਾਜ ਸਵਾਰੇ, ਪਸ਼ੂ ਵਾਲੀ ਬਿਰਤੀ ਉਹਦੇ ਅੰਦਰੋਂ ਮਰ ਜੇ, ਆਪ ਹੀ ਨਹੀਂ ਉਹ ਭਵ ਸਾਗਰ ਤੋਂ ਪਾਰ ਹੁੰਦਾ। 10 ਕਾਜ ਸਵਾਰੇ ਦੇ ਅਰਥ ਵੀ ਕਰ ਸਕਦੇ, 10 ਜਾਣਿਆਂ ਨੂੰ ਹੋਰ ਪ੍ਰੇਰਨਾ ਕਰਕੇ ਜੋੜ ਦਿੰਦਾ ਹੈ, ਜਿਹਦੇ ਨਾਲ ਆਪਦੇ ਅੰਦਰ ਇਹਦੀ ਦਇਆ ਆ ਜਾਂਦੀ ਹੈ। 10 ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਕਿ ਰਸਤੇ 'ਚ ਕੋਈ ਸਾਧੂ ਤੁਰਿਆ ਜਾਂਦਾ, ਕਿਸੇ ਬੰਦੇ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋ ਗਿਆ ਤਾਂ ਸਾਧੂ ਦੇ ਅੰਦਰ ਦਇਆ ਸੀ, ਉਹਨੇ ਪਾਇਆ ਆਪਣੇ ਹੱਥਾਂ 'ਤੇ। ਜ਼ਿਆਦਾ ਐਕਸੀਡੈਂਟ ਹੋ ਗਿਆ ਤਾਂ ਬੰਦੇ ਜਿਹੜੇ ਸੜਕ ਤੋਂ ਲੰਘਦੇ ਉਹਨਾਂ ਨੂੰ ਕਹਿੰਦਾ ਭਾਈ ਇਹਨੂੰ ਹਸਪੀਟਲ ਪਹੁੰਚਾਈਏ। ਕਿਸੇ ਨੇ ਗੱਲ ਨਹੀਂ ਸੁਣੀ, ਬੜੀ ਜਿਹੀ ਬ੍ਰੇਕ ਮਾਰਦੇ ਸਨ, ਨਿਕਲ ਜਾਂਦੇ ਸਾਨੂੰ ਕੀ। ਖੀਰ ਨੂੰ 2 ਸਰੀਰ ਆਏ ਮੋਟਰਸਾਈਕਲ 'ਤੇ, ਉਹ ਹੁੰਦੇ ਉਹਨਾਂ ਨੇ ਉਹਨੂੰ ਸੰਭਾਲਿਆ, ਉਠਾਇਆ, ਲੈ ਕੇ ਗਏ। ਉਹ ਸਾਧੂ ਚੱਲਣ ਲੱਗਾ, ਕਹਿੰਦਾ 2 ਹੀ ਮਨੁੱਖ ਸਾਡੇ ਨਾਲ ਸਾਰਿਆਂ 'ਚ। ਉਹਨੇ ਪਤਾ ਜਿਹੜੇ ਪਹਿਲਾਂ ਲੰਘੇ ਉਹਨਾਂ ਨੂੰ ਪਸ਼ੂ ਕਿਹਾ ਸੀ ਵੀ ਜਿਹੜਾ ਕਿਸੇ ਦਾ ਦਰਦ ਵੇਖ ਕੇ ਜਿਹਦੇ ਅੰਦਰ ਦਇਆ ਨਹੀਂ ਆਉਂਦੀ, ਉਹ ਪਸ਼ੂ ਦੀ ਤਰ੍ਹਾਂ, ਕਿਉਂਕਿ ਪਸ਼ੂ ਕਿਸੇ ਪਸ਼ੂਆਂ 'ਚ ਵੀ ਦਇਆ। ਅਗਲੇ ਸ਼ਲੋਕ 'ਚ ਮਹਾਰਾਜ ਨੇ ਕੁੱਤੇ ਦੀ ਉਸਤਤ ਕੀਤੀ ਹੈ। ਆਪਾਂ ਚਲੋ ਅੱਜ 2 ਹੀ ਸ਼ਲੋਕ ਵਾਚਣ ਦਾ ਯਤਨ ਕਰਦੇ ਹਾਂ, ਗੱਲ ਸਮਝ ਆ ਜਾਏਗੀ। 3 ਸ਼ਲੋਕਾਂ ਨੂੰ ਲਈਏ ਵੀ ਸੋ ਨਰ ਮੁਕਤਾ ਜਾਣ ਔਰ ਤੇਹ ਨਰ ਹਰ ਅੰਤਰ ਨੇ। ਅੱਜ ਮਹਾਰਾਜ ਕਹਿੰਦੇ ਜਿਹਦੇ ਅੰਦਰ ਭਗਤੀ ਦੀ ਉਹ ਜੈਸੇ ਸੂਕਰ ਸਮਾਨ। ਅੱਗੇ ਮਹਾਰਾਜ ਕਹਿੰਦੇ ਸੁਆਮੀ ਉਹ ਗ੍ਰਿਓ ਜਿਉ ਸਦਾ ਸੁਆਨ ਤਜਤ ਨਹੀਂ ਨਿਤ। ਕਮਾਲ ਦੀ ਗੱਲ ਹੈ। ਮਹਾਰਾਜ ਇਸ ਸ਼ਲੋਕ 'ਚ ਕਹਿ ਰਹੇ ਵੀ ਜਿਹਦੇ ਅੰਦਰ ਨਾਮ ਨਹੀਂ ਉਹ ਸੂਰ ਹੈ, ਉਹ ਕੂਕਰ ਦੀ ਤਰ੍ਹਾਂ ਹੈ। ਤੇ ਅਗਲੇ ਸ਼ਲੋਕ 'ਚ ਮਹਾਰਾਜ ਕਹਿੰਦੇ ਕੂਕਰ ਤੋਂ ਬੰਦਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਕੂਕਰ ਦੇਖਦਾ ਦਰ ਨਹੀਂ ਸਕਦਾ। ਚਲੋ ਆਪਾਂ ਸ਼ਲੋਕ ਇਹਨਾਂ ਨੂੰ ਮਿਲਾ ਕੇ ਆਪਾਂ ਵਿਚਾਰ ਕਰਦੇ ਹਾਂ। 10 ਨੇ ਬਹੁਤ ਵਾਰੀ ਬੇਨਤੀ ਕੀਤੀ ਮਨੁੱਖ ਦੇ ਅੰਦਰ ਨਾਮ ਨਹੀਂ ਹੈ ਤੇ ਮਨੁੱਖ ਕਿਸੇ ਕੰਮ ਦਾ ਨਹੀਂ। 12 ਮਾਹ ਦੀ ਬਾਣੀ 'ਚ ਆਪਾਂ ਪਹਿਲੇ ਬੰਦ ਦੀ ਵਿਚਾਰ ਕੀਤੀ ਹੈ ਇਸ ਮਹੀਨੇ, ਕਿਉਂਕਿ 14 ਸ਼ਬਦ ਨੇ 12 ਮਾਹ ਦੀ ਬਾਣੀ 'ਚ 12 ਮਹੀਨੇ ਹੈ ਤੇ 2 ਸ਼ਬਦਾਂ ਦੀ 2 ਮਹੀਨਿਆਂ ਨਾਲ ਹੀ ਵਿਚਾਰ ਹੁੰਦੀ ਹੈ। ਕਿਰਤ ਕਰਨ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦੈ ਦੇਸ ਭਰਮੇ ਥੱਕ ਆਏ ਪ੍ਰਭ ਕੀ ਸਾਪ। ਢੇੜ ਦੁੱਧੇ ਤੇ ਬਾਹਰ ਕਿਤੇ ਨਾ ਆਵੇ ਕਾਮ। ਗਾਂ ਦੁੱਧ ਤੋਂ ਬਗੈਰ ਕਿਸੇ ਕੰਮ ਦੀ, ਮਨੁੱਖ ਬੰਦਗੀ ਤੋਂ ਬਗੈਰ ਕਿਸੇ ਕੰਮ ਦਾ ਨਹੀਂ। ਜਲ ਬਿਨ ਸਾਗ ਕੁ ਲਾਭਤੀ ਉਪਜੈ ਨਾਹੀ ਕਾਮ। ਆ ਜਿੰਨੇ ਬਗੀਚੇ ਖੜੇ ਨੇ ਪਾਣੀ ਨਾ ਲਾਓ ਕਿਸੇ ਕੰਮ ਦੇ ਨਹੀਂ। ਕਿਸੇ ਨੂੰ ਫੁੱਲ ਨਹੀਂ ਲੱਗਣਾ, ਕਿਸੇ ਨੂੰ ਫਲ ਨਹੀਂ ਲੱਗਣਾ। ਉਪਜੈ ਨਾਹੀ ਕਾਮ। ਉਹ ਫੁੱਲ ਬੀਜਣ ਵਾਲਾ ਜੇ ਪਾਣੀ ਨਹੀਂ ਲਾਏਗਾ ਤੇ ਉਹ ਫੁੱਲ ਵੇਚ ਕੇ ਨਹੀਂ ਗੁਜ਼ਾਰਾ ਕਰ ਸਕਦਾ। ਫਸਲ ਕਿਸੇ ਨੇ ਬੀਜੀ ਪਾਣੀ ਨਹੀਂ ਲਾਏਗਾ ਤੇ ਉਹ ਫਸਲ ਨਹੀਂ ਚੁੱਕ ਸਕਦਾ। ਮਹਾਰਾਜ ਨੇ ਸਾਡੇ ਨਾਲ ਇਹੀ ਬਚਨ ਕਹੇ ਵੀ ਜੇ ਉਹ ਜਾਂ ਮਹਾਰਾਜ ਨੇ ਇੱਕ ਹੋਰ ਸ਼ਬਦ 10 ਪੜ੍ਹਦਾ ਹੁੰਦਾ ਹੈ। ਦੁੱਧ ਬਿਨ ਭੇਡ ਪੰਖ ਬਿਨ ਪੰਖੀ ਜਲ ਬਿਨ ਉਤ ਭੁਜ ਕਾਮ ਨਾਹੀ ਕਿਆ। ਸੁਲਤਾਨ ਸਨਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ। ਅੰਧੀ ਕੋਠੀ ਹੈ ਜੇ ਰੱਬ ਦਾ ਨਾਮ ਨਹੀਂ ਸਰੀਰ ਦੇ ਅੰਦਰ। ਮਰਜ਼ ਕਹਿੰਦੇ ਹੈ ਮਨੁੱਖ ਵਾਲਾ ਸਰੀਰ ਹੋ ਸਕਦਾ ਹੈ, ਉਹ ਮਨੁੱਖ ਨਹੀਂ ਜਿਹਦੇ ਅੰਦਰ ਬੰਦਗੀ ਨਹੀਂ ਹੈ, ਜਿਹਦੇ ਅੰਦਰ ਸੱਚ ਨਹੀਂ ਹੈ, ਜਿਹਦੇ ਅੰਦਰ ਗੁਰੂ ਸਾਹਿਬ ਦਾ ਉਪਦੇਸ਼ ਨਹੀਂ ਹੈ। ਤੇ ਮਰਜ਼ ਕਹਿੰਦੇ ਉਹ ਫਿਰ ਸਰੀਰ ਮਨੁੱਖਾਂ ਵਾਲਾ ਹੈ, ਮਨੁੱਖ ਨਹੀਂ ਹੈ। ਸਾਡੇ ਨਾਲ ਮਹਾਰਾਜ ਨੇ ਅਗਲੇ ਜਨਮ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਬੰਦਿਆ ਹੁਣ ਬੰਦਾ ਹੋ ਕੇ ਬੰਦਗੀ ਨਹੀਂ ਕਰੇਗਾ ਨਾ, ਪਤਾ ਫਿਰ ਅਗਲਾ ਜਨਮ ਤੈਨੂੰ ਕੀ ਮਿਲੇਗਾ। ਚਲੋ ਕਈ ਧਰਮ ਵਾਲੇ ਕਹਿੰਦੇ ਵੀ ਐਂ ਹੁੰਦਾ ਨਹੀਂ ਅਗਲੇ ਜਨਮ। ਮਹਾਰਾਜ ਨੇ ਉਹ ਗੱਲ ਕੀਤੀ ਹੈ ਹੁਣ ਜਪਣ ਦਾ ਵੇਲਾ, ਹੁਣ ਜਪਦਾ ਨਹੀਂ ਫਿਰ ਕੀ ਹੋਏਗਾ। 4 ਪਾਪ ਦੋਏ ਸੇਵ ਕੋ ਭੋਗ ਮੁਖ ਤਪ ਕੈਸੇ ਗੁਣ ਗਈ। ਹੁਣ ਤੇ ਗਾ ਸਕਦਾ ਹੈ, ਸੇਵਾ ਕਰ ਸਕਦਾ ਹੈ, ਰਸਨਾ ਬਾਰੇ ਸਮਝ ਬੁੱਧੀ ਗਿਆਨ ਲੈ ਸਕਦਾ ਹੈ। ਮਹਾਰਾਜ
ਚਾਰ ਆਮ ਚਾਰ ਪੈਰ ਹੋ ਗਏ, ਦੋਏ ਸਿੰਘ ਦੋ ਸਿੰਘ ਹੋਏ, ਗੁੰਗ ਮੁਖ ਮੂੰਹ ਗੂੰਗਾ ਹੋ ਗਿਆ। ਤਬ ਕੈਸੇ ਬਣ ਗਏ, ਜਦੋਂ ਬਲਦ ਬਣ ਕੇ ਕਿਸੇ ਨੇ ਰੱਸਾ ਪਾ ਕੇ ਕਿੱਲੇ ਨਾਲ ਬੰਨ੍ਹਤਾ, ਫਿਰ ਕਿਹੜੇ ਗੁਣ ਗਾਏਗਾ। ਹੁਣ ਸਮਾਂ ਹੋਣਗਾ ਉਹ ਸਰੀਰ ਪ੍ਰਾਪਤ ਕਰਨ ਤੋਂ ਪਹਿਲਾਂ ਉਹਨੂੰ ਗਾ। ਤਾਂ ਭਗਤ ਗੁਰਚਰਨ ਦਾ ਸ਼ਬਦ ਬਹੁਤ ਵਾਰੀ ਵਿਚਾਰਿਆ, ਜਿੱਧਰ ਨੂੰ ਸੁਰਤ ਰਹਿ ਜਾਂਦੀ ਉਹੋ ਜਿਹਾ ਸਰੀਰ ਫਿਰ ਮਿਲਦਾ ਹੈ। ਤੇ ਜੇ ਹੁਣ ਸਾਰੀ ਜ਼ਿੰਦਗੀ ਕੂਕਰ ਨਾਲ ਹੀ ਉਹ ਪ੍ਰੇਮ ਕਰਦੇ ਰਹੇ ਵੀ ਉਹਨੂੰ ਆਪਣੀ ਕੁਕਲ 'ਚੋਂ ਨਾ ਛੱਡਿਆ, ਤੇ ਫਿਰਤੀ ਉਹਦੇ 'ਚ ਰਹਿਣੀ ਜਿਹਦੇ ਨਾਲ ਅਸੀਂ ਪ੍ਰੇਮ ਬਹੁਤ ਜ਼ਿਆਦਾ ਕਰਦੇ। ਜੇ ਤੇ ਗੁਰੂ ਸਾਹਿਬ ਨਾਲ ਕਰਾਂਗੇ ਤੇ ਫਿਰਤੀ ਫਿਰ ਅਖੀਰਲੇ ਸਵਾਸ ਛੱਡਣ ਲੱਗਾ ਤਾਂ ਸੁਖਮਣੀ ਸਾਹਿਬ ਦੀ ਬਾਣੀ ਚੱਲਦੀ ਹੈ। ਸੁਖਮਣੀ ਸਾਹਿਬ ਨਿਤਨੇਮ ਦੇ ਟਾਈਮ ਮਾਫ ਕਰਦੇ ਨਾ, ਹੁਣ ਕੂਕਰਾਂ ਨੂੰ ਲੋਕ ਗੇੜੇ ਨੂੰ ਆਉਂਦੇ ਫਿਰਦੇ ਨੇ। ਬਾਅਦ ਅਸੀਂ ਹੱਥ 'ਚ ਫੜੀਆਂ ਹੁੰਦੀਆਂ, ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਤਾਂ ਕੁੱਤੇ ਲੈ ਕੇ ਲੋਕ ਸੜਕਾਂ 'ਤੇ ਤੁਰੇ ਫਿਰਦੇ ਨੇ। ਤੇ ਜਿਹਦੇ ਨਾਲ ਪ੍ਰੇਮ ਜੇ ਜਪਜੀ ਸਾਹਿਬ ਨਾਲ ਕਰਾਂਗੇ ਬਾਬੇ ਨਾਨਕ ਸਾਹਿਬ ਦੀ ਕੁਕਲ ਮਿਲੇਗੀ। ਤੇ ਜੇ ਦੂਸਰੇ ਪਸ਼ੂਆਂ ਨਾਲ ਹੀ ਪਿਆਰ ਕਰਦੇ ਰਹੇ ਜਾਂ ਜਾਨਵਰਾਂ ਨਾਲ ਪਿਆਰ ਕਰਦੇ ਰਹੇ, ਤੇ ਫਿਰ ਫਿਰਤੀ ਵੀ ਉਹਨਾਂ ਤੇ ਜਾਣੀ ਜਿਹਦੇ ਨਾਲ ਪਿਆਰ ਕਰਦੇ ਰਹੇ। ਮਰਜ਼ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਪਰੈ, ਸਰਬ ਜੋਨ ਵਦ ਵਦ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਪਰੈ, ਸੂਕਰ ਜੋਨ ਵਦ ਵਦ ਉਤਰੈ। ਸੂਰ ਦੀ ਜੋਨ ਅੱਜ ਵੀ ਮਹਾਰਾਜ ਨੇ ਕਿਹਾ ਜੈਸੇ ਸੂਕਰ ਸੁਆਣ। ਸੂਰ ਹੁਣ ਗੰਦਗੀ 'ਚ ਮੂੰਹ ਮਾਰਦਾ ਹੈ, 12 ਦੇ ਬੱਚੇ ਹੋ। ਜੇ ਬੱਚਿਆਂ 'ਚ ਬਿਰਤੀ ਰਹਿ ਗਈ ਤੇ ਸੂਰ ਦੀ ਬਿਰਤੀ, ਸੂਰ 'ਚ ਜਾਣਾ ਹੈ, ਫਿਰ ਬੱਚੇ ਬੁਰਾ ਪੈਦਾ ਕਰਦੇ ਹੈ। ਜੇ ਮਾਇਆ 'ਚ ਬਿਰਤੀ ਰਹਿ ਗਈ ਫਿਰ ਸੱਪ ਹੀ ਬਣਨਾ ਹੈ। ਜੇ ਮਹਾਰਾਜ ਕਹਿੰਦੇ ਮਕਾਨ 'ਚ ਬਿਰਤੀ ਰਹਿ ਗਈ, ਵਿੱਚ ਕੋਠੀ ਪਾਈ ਸੀ ਮੈਂ ਤੇ ਚੱਲਿਆ, ਮੈਨੂੰ ਤੇ ਰਹਿਣ ਦਾ ਮੌਕਾ ਨਹੀਂ ਮਿਲਿਆ, ਮਹਾਰਾਜ ਕਹਿੰਦੇ ਪ੍ਰੇਤ ਜੂਨ ਵੱਲ ਵੱਲ ਆਉਂਦਾ ਹੈ। ਜੇ ਕਾਮ ਵਾਸਨਾ 'ਚ ਰਹਿ ਗਈ ਵੀ ਅਜੇ ਭੋਗਿਆ ਨਹੀਂ ਭੋਗ, ਮਹਾਰਾਜ ਕਹਿੰਦੇ ਵੇਸਵਾ ਜੂਨ ਵੱਲ ਵੱਲ ਆਉਂਦਾ ਹੈ। ਹਾਂ ਗੁਰਮਤਿ ਬਿਰੜ ਕਰਵਾਈ ਭਗਤ ਜੀ ਨੇ, ਅੰਤ ਕਾਲ ਨਰਾਇਣ ਸਿਮਰੈ। ਅੰਤ ਕਾਲ ਦਾ ਹੋਰ ਕੋਈ ਅੰਤ ਕਾਲ ਇਹ ਨਹੀਂ ਜਦੋਂ ਤੁਸੀਂ ਸਰੀਰ ਛੱਡਣਾ। ਅੰਤ ਕਾਲ ਹੋਣੀ ਹੈ ਵੀ ਹੁਣ ਜੋ ਅਸੀਂ ਸੁਣ ਰਹੇ ਇਸ ਤੋਂ ਬਾਅਦ ਅਸੀਂ ਸਿਮਰਨਾ ਸ਼ੁਰੂ ਕਰ ਦਈਏ। ਤਾਂ ਇਹ ਨਹੀਂ ਅੰਤ ਕਾਲ ਵੀ ਜਦੋਂ ਸਰੀਰ ਤੋਂ ਸੁਵਾਸ ਨਿਕਲਣ ਲੱਗੇ ਪਤਾ ਲੱਗ ਗਿਆ ਹੁਣ ਵਾਹਿਗੁਰੂ, ਉਦੋਂ ਵਾਹਿਗੁਰੂ ਨਹੀਂ ਨਿਕਲਦਾ। ਆਪੇ ਅੰਤ ਨਾ ਭੱਜਿਆ ਗਈ। ਅੰਤ ਕਾਲ ਆ ਹੀ ਹੈ ਕਿ ਜਦੋਂ ਸੋਝੀ ਆ ਗਈ ਉਸ ਤੋਂ ਲੈ ਕੇ ਜਪਣਾ ਸ਼ੁਰੂ ਕਰੀਏ। ਅੱਜ ਸੁਣਿਆ ਆਹੀ ਅੰਤ ਕਾਲ ਹੈ। ਪਿੱਛੇ ਆਗੇ ਸ਼ਬਦ ਚੱਲੋ ਨੰਦ ਲਾਂਦਾ ਪਾਛੇ ਜੋ ਬੀਤੀ ਸੋ, ਵੀ ਪਿੱਛੇ ਜੋ ਲੰਘ ਗਈ ਅੱਗੇ ਸਮਝ ਆਹੀ ਅੰਤ ਕਾਲ ਹੈ। ਅੰਤ ਕਾਲ ਨਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਪਰੈ। ਵੀ ਚਲੋ ਕਈ ਤਾਂ ਵੀ ਭੋਗਣੇ ਚਿੰਤਾ ਹੁੰਦੀ ਹੈ, ਕਈਆਂ ਨੂੰ ਚਿੰਤਾ ਹੁੰਦੀ ਹੈ ਵੀ ਜਪਣਾ ਅਸੀਂ ਅਜੇ ਆਨੰਦ ਮਾਣਨਾ, ਅਸੀਂ ਬਾਣੀ ਦਾ ਅਜੇ ਸਿਮਰਨ ਦਾ, ਚਲੋ ਸਮਾਂ ਆ ਗਿਆ, ਉਹ ਵੀ ਉਹਦੀ ਰਜ਼ਾ ਹੈ। ਤੇ ਫਿਰ ਕਹਿੰਦੇ ਰੱਬ ਮੌਕਾ ਦੇ ਦਿੰਦਾ ਹੈ। 30-32% ਬੱਚਾ ਨੰਬਰ ਲੈ ਗਿਆ, 1% ਕੋਲੋਂ ਲਾ ਕੇ ਟੀਚਰ ਪਾਸ ਕਰ ਦਿੰਦਾ ਹੈ। ਚਲੋ ਕਿਤੇ ਤਰਸ ਹੋ ਸਕਦਾ, ਚਲੋ ਮੈਂ ਆਪਦੇ ਨੂੰ ਕਹਿ ਰਿਹਾ ਕਿ ਅਸੀਂ ਇਸ ਜਨਮ 'ਚ ਯਤਨ ਕਰੀਏ ਤੇ ਰੱਬ ਇੱਕ ਫਿਰ ਕਿਤੇ ਮੌਕਾ ਦੇਵੇ। ਜੇ ਕੰਪਲੀਟ ਨਾ ਹੋ ਸਕੇ, ਉਹ ਰੀਪੀਅਰ ਹੁੰਦੀ ਹੈ ਵੀ ਉਹ ਕੰਪਾਰਟਮੈਂਟ ਹੁੰਦੀ ਹੈ ਵੀ 2 ਪੇਪਰਾਂ 'ਚ ਰਹਿ ਗਏ, ਇੱਕ ਮੌਕਾ ਹੋਰ ਦੇ ਦਿਓ ਬੱਚੇ ਨੂੰ। ਮਿਹਨਤ ਕਰੇ 2 ਮਹੀਨੇ ਦਾ ਟਾਈਮ ਦੇ ਦਿਓ, ਜੇ ਮਿਹਨਤ ਕਰਦਾ ਹੈ ਇਹ ਪਾਸ ਹੋ ਸਕਦਾ ਹੈ। ਜੇ ਕਿਤੇ 1-2 ਪੇਪਰਾਂ ਨੂੰ ਰਹਿ ਜੀ ਹੋ ਸਕਦਾ ਰੱਬ ਫਿਰ ਮੌਕਾ ਦੇਵੇ ਵੀ ਜਪਨ ਤੁਰਿਆ ਸੀ ਅਜੇ ਮੰਜ਼ਿਲ 'ਤੇ ਨਹੀਂ ਪਹੁੰਚਿਆ, ਚਲੋ ਵੀ ਇਹਨੂੰ ਇੱਕ ਹੋਰ ਮੌਕਾ ਦਿਓ ਤੇ ਸ਼ਾਇਦ ਫਿਰ ਅਸੀਂ ਸਿਰੇ ਲੱਗ ਜਾਈਏ। ਮਰਦ ਕਹਿੰਦੇ ਹੈ ਵੀ ਤੂੰ ਜਪਣ ਆਇਆ ਤੇ ਜਪ, ਜਿਸ ਵਾਸਤੇ ਤੈਨੂੰ ਜਨਮ ਦਿੱਤਾ ਉਹ ਕਾਰਜ ਕਰ। ਜਿਸ ਵਾਸਤੇ ਅਸੀਂ ਇੱਥੇ ਆਏ ਤੇ ਕਰਾਂਗੇ ਨਹੀਂ, ਸਾਡੇ ਆਉਣ ਦਾ ਮਤਲਬ ਕੋਈ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ, ਕੱਲ ਬੰਦੇ ਤੂੰ ਬੰਦਗੀ ਜਿੱਤਰ ਘੱਟ ਨਾ ਸਾਹ, ਦਿਨ ਦਿਨ ਸਾਹ ਚੱਲਦੀ ਬੰਦਗੀ ਕਰ। ਗੁਰੂ ਰਾਮਦਾਸ ਜੀ ਕਹਿੰਦੇ ਹਰ ਜਪਦਿਆ ਖਿਲ ਢਿਰ ਨਾ ਕੀਜੇ ਮੇਰੀ ਜ਼ਿੰਦਗੀ ਮੱਤ ਕੀ ਜਾਪੇ ਸਾਹ ਆਵੇ ਕੀ ਨਾ। ਮਹਾਰਾਜ ਕਹਿੰਦੇ ਢਿਰ ਨਾ ਕਰੀ ਜਪਣ ਲੱਗਿਆ, ਅਸੀਂ ਸਾਰੀ ਜ਼ਿੰਦਗੀ ਵੀ ਜਪਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਸ ਸਾਸ ਹਰ ਨਾਮ ਜਾਪ, ਬਿਰਥਾ ਸਾਸ ਮਤ ਹੋਏ ਕਿਆ ਜਾਦੂ ਕੇ ਕੋਈ ਸਵਾਸ ਮਤ ਹੋਏ ਸੀ ਜਾਂਦੇ। ਮਹਾਰਾਜ ਕਹਿੰਦੇ ਸਵਾਸ ਵੀ ਬਿਰਥਾ ਨਹੀਂ ਜਾਂਦੇ, ਸਾਡੇ ਤਾਂ ਸਾਰੇ ਲੱਗ ਨਹੀਂ ਜਾਂਦੇ, ਅਸੀਂ ਜਪਦੇ ਵੀ ਬਹੁਤ ਆ। ਮਰਦ ਕਹਿੰਦੇ ਜੇ ਭਗਤੀ ਨਹੀਂ ਅੰਦਰ ਪ੍ਰਾਣੀ ਦੇ ਮਨੁੱਖ ਦੇ ਅੰਦਰ, ਤੇ ਫਿਰ ਜੈਸੇ ਸੂਕਰ ਸੁਆਣ, ਸੂਰ ਤੇ ਸੁਆਣ, ਨਾਨਕ ਮੰਨੋ ਤਾਹੇ ਤਨ। ਮੰਨ ਲਓ ਵੀ ਫਿਰ ਇਹ ਹੀ ਤਨ ਹੈ, ਵੈਸੇ ਪੁੱਠਾ ਸਰੀਰ ਹੀ ਹੈ। ਵੈਸੇ ਬਾਤ ਕਹਿੰਦੇ ਫਿਰ ਮੰਨ ਲਓ ਜੇ ਬੰਦਗੀ ਨਹੀਂ ਅੰਦਰ ਤੇ ਫਿਰ ਸੂਕਰ ਸੁਆਣ ਮੰਨੋ ਤਾਹੇ ਤਨ, ਨਾਨਕ ਮੰਨੋ ਤਾਹੇ ਤਨ। ਫਿਰ ਇਹਨਾਂ ਦੀ ਤਨ ਮੰਨ। ਇੰਨੀਆਂ ਵੀ ਬੇਨਤੀਆਂ ਪ੍ਰਵਾਨ ਕਰੋ ਜੀ, ਇਹਨਾਂ ਸਲੋਕਾਂ ਦੇ ਵਿਚਾਰ ਆਪਾਂ ਕੱਲ੍ਹ ਨੂੰ ਕੰਪਲੀਟ ਕਰਾਂਗੇ, ਕਿਉਂਕਿ ਅੱਜ ਕੁਝ ਕੁ ਬੇਨਤੀਆਂ ਆਪਾਂ ਗੁਰੂ ਅਮਰਦਾਸ ਮਹਾਰਾਜ ਦੇ ਗੁਰਤਾਗੱਦੀ ਦਿਵਸ ਦੇ ਸੰਬੰਧ ਵਿੱਚ ਸ਼ਬਦ ਦੇ ਨਾਲ ਹੀ ਮਹਾਰਾਜ ਦਾ ਜਿਹੜਾ ਇਤਿਹਾਸ ਵੀ ਪੇਸ਼ ਕਰਦਾ ਹੈ।
ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਨਾ, ਉਹ ਬਾਸਰ ਕੇ ਪੇਟ ਨੂੰ ਰਹੇ ਜੀ। ਧਿਆਨ ਦੇ ਕੇ ਸਾਡੇ ਕੋਲ ਦੋ ਚਾਰ ਬੇਨਤੀਆਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਹਿੰਮਤ ਮਿਲਦੀ ਹੈ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਤੋਂ ਸਾਨੂੰ। ਸਤਿਗੁਰਾਂ ਦਾ ਪ੍ਰਕਾਸ਼ ਹੋਇਆ